बिस्मिल्लाहिर्रहमानिर्रहीम अल्लाहुम्मा सल्ली अला मुहम्मद व अला आलि मुहम्मद व बारिक वसल्लिम। लखां करोड़ां दरूद सोहने कमली वाले आका हज़रत मुहम्मद मुस्तफ़ा सल्लल्लाहु अलैहि व आलिहि वसल्लम ते आप दी आल ते आप दे साहबा ते। नाज़रीन, मैं वसीम हैदर अली PhD पंजाबी स्टूडियो तो वंड 47 दी प्रोग्राम लैके हाज़र हाँ। अज असी 105 इकसार दी अज़ाफ़ी बस्ती च मौजूद हाँ और तुहाडी मुलाकात करवावांगे अजय बाबा जी होरां नाल, जिन्हां ने वंड 47 दे विच आए हुए मुहाजर लोगों नूं बड़ा सहारा दिता और वो दर्द ते दुखां दे मारे हुए जदों आउंदे सन ते बाबा जी होरी उन्हां दा सहारा बनदे सन। और बाबा जी होरी क्योंकि उस दौर विच चढ़दे पंजाब ते लहिंदे पंजाब विच अक्सर चलते फिरते रहिंदे सन, क्योंकि आप व्यापार करते सन और व्यापार के दौरान वो इत्थों अक्सर चढ़ते पंजाब की तरफ जाया करते सन, चढ़ते पंजाब तो लहिंदे पंजाब की तरफ आया करते सन। अक्सर वो ये सफ़र दे विच रहिंदे सन। इस वजह तो उन्होंने बड़ियां सारियां मालूमात ने ते आओ अज उन्हां नाल मुलाकात करते हैं तो उन्होंने पुछते हैं कि जदों हिजरत करके लोग आए सन किवें दे उन्होंने पाया और किवें उन्हां दा सहारा बने। आओ मेरे नाल उन्हां नाल मुलाकात करते हैं। अस्सलाम वालेकुम बाबा जी। वालेकुम सलाम जी। की हाल है तुहाडा? ठीक है, अल्लाह दा करम है। ए नाम की है तुहाडा? मोहम्मद सईद। मोहम्मद सईद। हाँ जी। अच्छा माशाल्लाह। ते उम्र कितनी हो गई अपनी हुण? तकरीबन 90 साल उम्र है मेरी। अच्छा 90 साल हो गई। हाँ जी, 90 साल हो गए। ते जदों वंड पई है हाँ जी, उदों तुहाडी उम्र कितनी सी? उदों भी 10-11 साल दी है सी। मैनू सारी संभाल है अच्छा जदों दुनिया आउंदी सी जी काफले बन के जी। ते मैनू सारी संभाल है। किसे मां नू किसे बाप नू दाबड़ियां विच पा के सिरां ते चुक्या आ। अच्छा इत्थों साडे कोलों गुजरदे रहे ने। अच्छा कई इत्थे भी रैशी हो गए अच्छा ते कई अगां जिवें जिवें किसे दा दाना पानी सी अगे निकल गए। ते ओ सारा वाकया जिहड़ा है ओ मैनू याद है। अच्छा। जिवें जिवें आए ने और असीं ਤੁਸੀਂ ਇੱਥੋਂ ਜਾਂਦੇ ਰਹਿੰਦੇ ਸੀ ਚੜ੍ਹਦੇ ਪੰਜਾਬ ਵੱਲ ਵੀ? ਕਦੀ ਗਏ ਸੀ ਇੱਥੋਂ ਵੰਡ ਚੜ੍ਹਦੇ ਪੈਣ? ਪੰਜਾਬ ਵੱਲ ਇੱਕ ਦਫਾ ਗਏ ਆ ਅੱਛਾ ਕਿਸੇ ਆਦਮੀ ਦੇ ਨਾਲ। ਅੱਛਾ, ਕਿਸ ਸਿਲਸਿਲੇ 'ਚ ਕਿਵੇਂ ਗਏ ਸੀ? ਉਹ ਅਸਾਂ ਕਿਸੇ ਆਦਮੀ ਕੋਲ ਮੈਂ ਪੈਸੇ ਲੈਣੇ ਹਨ ਤੇ ਉਹ ਇੱਥੇ ਬੋਦਲਾ ਹੁੰਦਾ ਸੀ ਅੱਛਾ ਸਾਡੇ ਕੋਲ। ਬੋਦਲਾ ਅੱਛਾ ਮੁਹੰਮਦ ਅਲੀ ਨਾਂ ਦਾ ਅੱਛਾ ਸਾਡੇ ਕੋਲ ਹੀ ਜ਼ਿਆਦਾ ਰਹਿੰਦਾ ਸੀ। ਜੀ ਜੀ। ਉਹਨੂੰ ਮੈਂ ਆਖਿਆ ਵੀ ਬੰਦੇ ਤੇਰਾ ਉਹ ਰਿਸ਼ਤੇਦਾਰ ਹੈ ਤੇ ਮੈਨੂੰ ਪੈਸੇ ਲੈ ਦੇ। ਅੱਛਾ ਅਸੀਂ ਲੈਣ ਬਾਰਡਰ ਤੇ ਟੁਰ ਗਏ। ਅੱਛਾ ਬਾਰਡਰ ਤੇ ਉਹਨਾਂ ਦੇ ਘਰ ਸਨ। ਅੱਛਾ। ਉੱਥੋਂ ਮੈਨੂੰ ਆਂਦਾ ਵੀ ਉਹ ਕਿਹੜਾ ਪਿੰਡ ਸੀ, ਕੋਈ ਯਾਦ ਹੈ ਕਿੱਥੇ ਗਏ? ਪਿੰਡ ਨਹੀਂ ਜੇ ਯਾਦ ਮੈਨੂੰ ਹੁਣ, ਬੜਾ ਅਰਸਾ ਹੋ ਗਿਆ। ਅੱਛਾ ਅੱਛਾ। ਉਹ ਨਹਿਰ ਜਿਹੜੀ ਹੈ ਨਾ ਵੱਡੀ, ਉਹਦੇ ਤੋਂ ਪਾਰਲੇ ਪਾਸੇ ਥੋੜੀ ਥੋੜੀ ਆਬਾਦੀ ਹੈ ਪਾਕਿਸਤਾਨ ਦੀ, ਪਰਾਂ ਫਿਰ ਇੰਡੀਆ ਹੈ। ਅੱਛਾ। ਉਹ ਉਧਰ ਦਾ ਰੈਸ਼ੀ ਸੀ। ਅੱਛਾ ਬੀਕਾਨੇਰ ਦਾ। ਅੱਛਾ। ਆਂਦਾ ਚੱਲ ਯਾਰ ਤੈਨੂੰ ਸੈਰ ਕਰਾ ਲਿਆਵਾਂ। ਜਾਣਾ ਤਾਂ ਚੋਰੀ ਹੈ ਪਰ ਤੂੰ ਬੋਲੀ ਨਾ। ਅੱਛਾ। ਤੂੰ ਉੱਥੇ ਬੋਲਣਾ ਨਹੀਂ, ਜੇ ਬੋਲਿਆ ਤਾਂ ਨਾ ਪਛਾਣ ਕਰ ਲੈਣੀ ਹੈ। ਚਲੋ ਜੀ, ਉਹ ਬਜ਼ੁਰਗ ਆਦਮੀ ਸਨ, ਮੈਂ ਉਦੋਂ ਬੱਚਿਆਂ ਹਿਸਾਬ ਨਾਲ ਦਾਖਲ ਸਾਂ। ਅਸੀਂ ਟੁਰ ਗਏ ਹਾਂ। ਫਿਰ ਮੈਨੂੰ ਆਂਦਾ ਵੀ ਚੱਲ ਤੈਨੂੰ ਅਜਮੇਰ ਸ਼ਰੀਫ ਲੈ ਚੱਲਾਂ। ਅੱਛਾ। ਮੈਂ ਕਿਹਾ ਚਲੋ ਜੀ। ਅਸੀਂ ਵੀ ਜ਼ਿਆਰਤ ਕਰ ਆਵਾਂਗੇ। ਉੱਥੇ ਵੀ ਗਏ ਆ। ਮੈਨੂੰ ਇਹ ਹੀ ਮਨਾ ਕਰਦਾ ਰਿਹਾ ਤੂੰ ਬੋਲਣਾ ਨਹੀਂ, ਬੋਲਣ ਤੇ ਪਾਬੰਦੀ ਰੱਖਣੀ, ਬੋਲਿਓ ਤੇ ਨਾ ਪਛਾਣ ਲੈਣਾ। ਅੱਛਾ। ਉੱਥੇ ਅਸੀਂ ਅਜਮੇਰ ਸ਼ਰੀਫ ਗਏ ਹਾਂ। ਅੱਛਾ। ਉੱਥੇ ਖਾਣਾ ਵੀ ਖਾਧਾ ਹੈ, ਉਹ ਜਿਹੜਾ ਤਬਰਕ ਪੱਕਦਾ ਹੈ ਕੋਈ 10 ਮਰਲਿਆਂ ਦੇ ਵਿੱਚ, ਉਹ ਕੜਾਹ ਹੈ ਵੱਡਾ ਹਰਾ। ਉਹਦੇ ਥੱਲੇ ਅੱਗ ਬਲਦੀ ਨਹੀਂ ਜੇ ਵੇਖੀ। ਅੱਛਾ। ਧੂੰਆਂ ਸਫੈਦ ਰੰਗ ਦਾ 4 ਗਲਿਆਂ ਚੋਂ ਨਿਕਲਦਾ ਹੈ।
ਇਸ ਪਾਸਿਓਂ ਦੁਨੀਆ ਸੱਟੀ ਆਉਂਦੀ ਏ, ਅਗਲੇ ਪਾਸੇ ਬੇਲਚੀਆਂ ਵਾਲੇ ਖਲੋਤੇ ਨੇ, ਉਹ ਕੱਢ ਕੱਢ ਕੇ ਨਾ ਤੇ ਵਰਤਾਈ ਜਾਂਦੇ ਨੇ। ਅੱਛਾ। ਉੱਥੇ ਕੋਈ 2-4 ਘੰਟੇ ਅਸੀਂ ਰਹੇ ਹਾਂ। ਰਹਿ ਕੇ ਤੇ ਵੇਖਿਆ ਉੱਥੋਂ ਖਾਣਾ ਵੀ ਲੈ ਕੇ ਖਾਧਾ ਹੈ। ਪਿਛਲੇ ਪਾਸੇ ਕੋਈ ਗੋਸ਼ਤ ਦੇ ਤਾਂ ਵੀ ਵੇਚੋ, ਜੇ ਕਿਸੇ ਕੋ ਮਕਈ ਹੈ ਤਾਂ ਉਹ ਵੀ ਵੇਚੋ, ਜੇ ਕਿਸੇ ਕੋ ਬਾਜਰਾ ਹੈ ਤਾਂ ਉਹ ਵੀ ਵੇਚੋ, ਚੌਲ ਨੇ ਤੇ ਉਹ ਵੀ ਵੇਚੋ। ਇਹ ਸ਼ਰਿਸ਼ਤਾ ਉੱਥੇ ਵੇਖਿਆ। ਅੱਛਾ। ਵੇਖ ਕੇ ਤੇ ਅਸੀਂ ਉੱਥੇ ਤੁਹਾਡੀ ਮੁਲਾਕਾਤ ਰਸਤੇ 'ਚ ਕੋਈ ਸਿੱਖਾਂ ਨਾਲ ਕੋਈ ਹੋਈ ਉੱਥੇ ਕਿਸੇ ਨਾਲ? ਉੱਥੇ ਜੀ ਮੁਲਾਕਾਤ ਮੈਂ ਤੇ ਗੱਲ ਹੀ ਨਹੀਂ ਸਾਂ ਕਰ ਸਕਦਾ। ਅੱਛਾ। ਉਹ ਕਰਦਾ ਰਿਹਾ ਗੱਲਾਂ ਬਾਤਾਂ ਉਹਨਾਂ ਨਾਲ। ਉਹ ਗੱਲਾਂ ਬਾਤਾਂ ਕਰਦੇ ਸਨ, ਮੈਨੂੰ ਉਹਨਾਂ ਗੱਲਾਂ ਦੀ ਸਮਝ ਨਹੀਂ ਸੀ ਆਉਂਦੀ, ਉਧਰ ਦੀ ਬੋਲੀ ਦੀ ਉਹ ਬੋਲ ਜਾਣਦਾ ਸੀ। ਕਿੰਨਾ ਕਰਸਾ ਉੱਥੇ ਰਹਿ ਕੇ ਆਏ? ਕੋਈ 15 ਅਸੀਂ ਦਿਨ? ਨਾ 15 ਕਿੱਥੇ, ਸਿਰਫ 4 ਦਿਨ ਰਹਿ ਕੇ ਆਏ। ਅੱਛਾ ਉਧਰ। ਅੱਛਾ। 5ਵੇਂ ਦਿਨ ਅਸੀਂ ਘਰ ਆ ਗਏ ਸੀ ਵਾਪਸ। ਹਾਂ ਸਹੀ। ਤੇ ਉੱਥੋਂ ਫੇਰ ਅਸੀਂ ਘਰ ਆਏ। ਇਹ ਪਰ ਪਾਕਿਸਤਾਨ ਬਣਨ ਤੋਂ ਪਿੱਛੇ ਦੀ ਗੱਲ ਹੈ। ਅੱਛਾ। ਪਹਿਲੇ ਨਹੀਂ? ਪਹਿਲੋਂ ਨਹੀਂ, ਬਾਅਦ ਦੀ ਗੱਲ ਹੈ। ਬਾਅਦ ਦੀ ਗੱਲ ਹੈ। ਇਹ ਜਦੋਂ ਪਾਕਿਸਤਾਨ ਬਣਿਆ, ਹਾਂਜੀ, ਉਦੋਂ ਲੋਕ ਇੱਥੇ ਤੁਸੀਂ ਦੱਸਦੇ ਹੋ ਕਾਫਲਿਆਂ ਦੇ ਸ਼ਕਲ 'ਚ ਆਉਂਦੇ ਸੀ? ਹਾਂਜੀ ਆਉਂਦੇ ਸੀ। ਤੇ ਕਿਆ ਉਹ ਬੜੇ ਖੁਸ਼ਹਾਲ ਆਉਂਦੇ ਸੀ ਜਾਂ ਬੜੇ ਪਰੇਸ਼ਾਨ? ਨਾ ਜੀ, ਖੁਸ਼ਹਾਲੀ ਉਹਨਾਂ ਨੂੰ ਕਿਹੜੀ ਸੀ, ਬੜੀ ਪਰੇਸ਼ਾਨੀ ਜੀ। ਭੁੱਖੇ ਜਿਹੇ ਤਰਿਆਏ। ਕਿਸੇ ਨੇ ਮਾਂ ਸਿਰ ਤੇ ਚੁੱਕੀ ਹੈ ਜਾਂ ਦਾਬੜੇ ਚ ਪਾ ਕੇ, ਕਿਸੇ ਨੇ ਪਿਓ ਚੁੱਕਿਆ, ਕਿਸੇ ਦਾ ਕੋਈ ਭਰਾ ਹੈ ਉਹਨਾਂ ਚੁੱਕਿਆ ਆਪਣਾ ਸਿਰ ਦੇ ਉੱਤੇ ਤੇ ਲੈ ਕੇ ਦੁਨੀਆ ਇੱਥੋਂ ਲੰਘਦੀ ਸੀ। ਅੱਛਾ। ਕਈ ਵਿੱਚ ਅੱਲਾ ਦੇ ਪਿਆਰੇ ਜਿਹੜੇ ਨੇ ਉਹਨਾਂ ਦੀ ਇਮਦਾਦ ਵੀ ਕਰਦੇ ਐ ਸਨ। ਜੀ ਜੀ। ਇੱਥੇ ਪਿੰਡ ਵਾਲੇ ਮਤਲਬ ਉਹਨਾਂ ਦੇ ਪਿੰਡ ਵਾਲੇ ਕਿਸੇ ਨੂੰ ਰੋਟੀ ਦੇ, ਕਿਸੇ ਨੂੰ ਕਿਸੇ ਕੋ ਦਾਣਿਆਂ ਦੀ ਗੁੰਜਾਇਸ਼ ਹੈ ਤੇ ਕਿਸੇ ਨੂੰ ਦਾਣੇ ਦੇ। ਅੱਛਾ। ਤੇ ਗਰੀਬ ਦੀ ਗਰੀਬ ਹੀ ਕਰਦਾ, ਤਗੜਾ ਕੋਈ ਨਹੀਂ ਸੀ ਕਰਦਾ। ਸਾਡੇ ਉਸੇ 5 ਵਜੇ ਮੇਰੀ 5 ਦੀ ਪੈਦਾਇਸ਼ ਹੈ। ਅੱਛਾ। ਕਿਹੜੇ ਸੰਜ ਕੋਈ ਯਾਦ ਹੈ ਤੁਹਾਡੇ? ਕੋਈ ਆਈਡੀ ਕਾਰਡ ਤੇ ਲਿਖਿਆ, ਕੋਈ ਸ਼ਨਾਖਤੀ ਕਾਰਡ ਤੇ? ਕੋਈ ਉਹਦੀ ਸ਼ਨਾਖਤੀ ਕਾਰਡ ਤੇ ਹੈ ਜੇ ਮੇਰੇ ਕੋਲ, ਤੇ ਮੈਨੂੰ ਜ਼ਬਾਨੀ ਕੋਈ ਨਹੀਂ ਯਾਦ ਹੈ ਸ਼ਨਾਖਤੀ ਕਾਰਡ ਤੇ। ਅੱਛਾ ਅੱਛਾ। ਪੈਦਾਇਸ਼ ਦਾ ਦਿਨ ਜਦੋਂ ਲੋਕ ਆਉਂਦੇ ਸੀ, ਹਾਂਜੀ ਤੁਸੀਂ ਦੱਸ ਰਹੇ ਹੋ ਬੜੀਆਂ ਤਕਲੀਫਾਂ ਦੁੱਖਾਂ, ਕੋਈ ਬੰਦਾ ਇੰਜ ਦਾ ਵੇਖਿਆ ਜਿਹੜਾ ਕੋਈ ਉੱਥੋਂ ਕਿਸੇ ਨੂੰ ਮਾਰਿਆ ਹੋਵੇ, ਕੋਈ ਵੱਢਿਆ ਹੋਵੇ, ਕੋਈ ਟੁੱਕਿਆ ਹੋਵੇ, ਕੋਈ ਐਵੇਂ ਦਾ? ਇੱਥੇ ਕੋਈ ਨਹੀਂ ਮਾਰ ਫੱਟ ਹੋਈ। ਅੱਛਾ। ਕਿਉਂਕਿ ਸਾਡੇ ਇਲਾਕੇ ਵਿੱਚ ਸਿੱਖ ਕੋਈ ਨਹੀਂ ਸਨ। ਇੱਧਰ ਹਰੂਨਾਬਾਦ ਵੱਲ ਹੈ ਸਨ ਕੋਈ ਚੱਕਾਂ ਵਿੱਚ। ਅੱਛਾ। ਇਹ ਸਾਡੇ ਇਲਾਕੇ ਹੀ ਖੱਤਰੀਆਂ ਦੇ ਘਰ ਹੈ ਸਨ। ਅੱਛਾ। ਇੱਥੇ ਖੱਤਰੀਆਂ ਦਾ ਘਰ ਸੀ, ਉਹਦੇ ਨੰਤਾ ਰਾਮ ਉਹਦੇ ਨਾਂ ਸੀ। ਨੰਤਾ ਰਾਮ? ਹਾਂਜੀ। ਅੱਛਾ। ਅਸੂਗਿਆਂ ਦੇ ਹੱਥੇ ਵਿੱਚ ਦੁਕਾਨ ਉਸ ਪਾਈ ਹੋਈ ਸੀ। ਅੱਛਾ। ਉਹਦਾ ਪੁੱਤਰ ਕੋਈ ਨਹੀਂ ਸੀ, ਮੈਨੂੰ ਬੜਾ ਸੰਭਾਲਿਆ ਉਹਦਾ। ਪੁੱਤਰ ਦਾ ਕੋਈ ਨਹੀਂ, 3 ਬੱਚੀਆਂ ਹਨ। ਅੱਛਾ। ਇੱਕ ਬੱਚੀ ਵਿਆਹ ਛੱਡੀ ਤੇ ਉਹ ਘਰ ਜਵਾਈ ਰੱਖਿਆ। ਅੱਛਾ। ਹੈ ਸੀ ਉਹ ਵੀ ਲੱਟ। ਉਹ ਇੱਥੇ ਮੈਨੂੰ ਉਹ ਲੈ ਜਾਂਦੀਆਂ ਹਨ ਕੁੜੀਆਂ ਉਧਰ ਹੀ। ਉਹਨਾਂ ਕੋਲ ਭਰਾ ਕੋਈ ਨਹੀਂ ਸੀ ਤੇ ਮੈਂ ਵੀ 6 ਭੈਣਾਂ ਦਾ ਇੱਕੋ ਭਰਾ ਸਾਂ। ਅੱਛਾ। ਉਹਨਾਂ ਦੇ ਨਾਂ ਮੈਨੂੰ ਅਜੇ ਵੀ ਯਾਦ ਨੇ। ਅੱਛਾ। ਕੀ ਨਾਂ ਸਨ? ਉਹ ਜਿਹੜੀ ਮਾਈ ਸੀ ਨਾ, ਉਹਦੇ ਨਾਂ ਭਾਗਣੇ ਸੀ। ਅੱਛਾ। ਇੱਕ ਕੁੜੀ ਦੇ ਨਾਂ ਜਾਨਕੀ ਸੀ, ਇੱਕ ਦੇ ਨਾਂ ਕੁੰਤੋ ਸੀ। ਅੱਛਾ। ਉਹ ਮੈਨੂੰ ਬੜੀਆਂ ਅਜੇ ਵੀ ਯਾਦ ਨੇ। ਅੱਛਾ। ਉਹ ਫਿਰ ਇੱਥੋਂ ਟੁਰ ਗਏ ਜਜ਼ਮਾਨ ਮੰਡੀ। ਅੱਛਾ। ਜਜ਼ਮਾਨ ਮੰਡੀ ਟੁਰ ਗਏ ਇੱਥੋਂ ਤੇ ਅੱਗੋਂ ਹਲਜਲਾ ਪੈ ਗਿਆ। ਅੱਛਾ। ਹਲਜਲਾ ਜਿਹੜੇ ਪਿਆ ਤੇ ਉਹ ਉੱਥੇ ਕੋ ਮੁੰਡੀ ਕਾ ਪਿਆ ਤੇ ਉਹ ਬੱਚੀਆਂ ਖੋਣ ਦੀ ਕੋਸ਼ਿਸ਼ ਕੀਤੀ। ਅੱਛਾ। ਮੇਰੀ ਹਮਸ਼ੀਰਾ ਸੀ ਉੱਥੇ ਵਿਆਹੀ। ਅੱਛਾ। ਸਾਡੀ ਰਿਸ਼ਤੇਦਾਰੀ ਸੀ, ਮੈਂ ਵੀ ਉੱਥੇ ਵਿਆਹਿਆ ਹਾਂ। ਅੱਛਾ। ਮੇਰੇ ਛੋਟੇ ਹੁੰਦੇ ਦਾ ਮੇਰਾ ਬਾਪ ਕਰ ਗਿਆ ਸੀ। ਉਹਦਾ ਫਿਰ ਕੋਈ ਨਾ ਜ਼ਰੀਆ ਬਣਿਆ। ਉਹ ਫਿਰ ਇੱਥੇ ਆਇਆ।
ਅੱਛਾ ਸਾਡੇ ਬਾਪ ਨੂੰ ਲੈ ਗਿਆ ਵੀ ਤੇਰੀ ਉੱਥੇ ਰਿਸ਼ਤੇਦਾਰੀ ਹੈ ਤੇ ਮੇਰੇ ਬੱਚੀਆਂ ਨਹੀਂ ਲਿਆਉਣ ਦਿੰਦੇ ਉਹ। ਇਹ ਉਸ ਜ਼ਮਾਨੇ ਵਿੱਚ ਸਾਡਾ ਬਾਪ ਜਿਹੜਾ ਸੀ ਨਾ ਮੇਰਾ ਪੜ੍ਹਿਆ ਲਿਖਿਆ ਹੈ ਸੀ। ਅੱਛਾ ਮਸ਼ਹੂਰ ਮਰੂਫ ਬੰਦਾ ਸੀ। ਅੱਛਾ ਕੀ ਨਾਂ ਸੀ ਉਹਨਾਂ ਦਾ? ਉਹ ਖਾਨ ਮੁਹੰਮਦ। ਖਾਨ ਮੁਹੰਮਦ। ਅੱਛਾ ਉਹ ਉੱਥੇ ਲੈ ਕੇ ਗਿਆ ਉਹਨੂੰ ਜਜ਼ਮਾਨ। ਰਿਸ਼ਤੇਦਾਰੀ ਵੀ ਸਾਡੀ ਹੈ ਸੀ। ਉਹ ਇੱਕ ਘਰ ਮਾਂਦਰੀਆਂ ਦਾ ਸੀ ਉੱਥੇ ਤੇ ਇੱਕ ਘਰ ਹਕੀਮਾਂ ਦਾ ਸੀ, ਜਿਹੜੇ ਉੱਥੇ ਨਾ ਤਗੜੇ ਮਸ਼ਹੂਰ ਸਨ ਜਜ਼ਮਾਨ ਵਿੱਚ। ਅੱਛਾ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਆਖਿਆ ਇਹ ਬੱਚੀਆਂ ਜਿਹੜੀਆਂ ਨੇ ਖਤਰੀਆਂ ਦੀਆਂ ਨਹੀਂ, ਮੇਰੀਆਂ ਨੇ। ਉਹਨਾਂ ਆਖਿਆ ਤੇਰੀਆਂ ਤੇ ਚੱਲ ਅਸੀਂ ਤੈਨੂੰ ਅਪੜਾਉਂਦੇ। ਅੱਛਾ ਉਹ ਨਾਲ ਹੋ ਕੇ ਪੰਜ ਛੱਡ ਗਏ। ਇੱਥੋਂ ਅੱਗੋਂ ਬੱਲੂ ਖਾਂ ਸਾਂਸੀ ਸੀ। ਇਹ ਸਾਰੇ ਹਿਸਾਬ ਨਾਲ ਸਾਡੇ ਬਾਪ ਮੇਰੇ ਬਾਪ ਦੇ ਮੁਤਹਿਦ ਹੁੰਦੇ ਸਨ। ਅੱਛਾ ਪੜ੍ਹਿਆ ਲਿਖਿਆ ਬੰਦਾ ਸੀ ਕਿ ਚਿੱਠੀ ਲਿਖਾਣੀ ਹੋਵੇ ਤੇ ਉਹਦੇ ਕੋਲ, ਜੇ ਕਿਸੇ ਚਿੱਠੀ ਪੜ੍ਹਾਣੀ ਹੋਵੇ ਤਾਂ ਦੂਸਰੋਂ ਚੱਕਾਂ 'ਚ ਉਹਦੇ ਕੋਲ, ਤੇ ਕਿਸੇ ਹਿਸਾਬ ਕਰਾਉਣਾ ਹੋਵੇ ਖਤਰੀਆਂ ਦਾ, ਦੁਕਾਨਾਂ ਦੇ ਹਿਸਾਬ ਹੁੰਦੇ ਹਨ। ਉਹਨਾਂ ਬਥੇਰਾ ਕੋਈ ਲਿਖਿਆ ਹੁੰਦਾ ਸੀ, ਇਹ ਜਾ ਕੇ ਹਿਸਾਬ ਕਰਕੇ ਜਿਹੜਾ ਜਾਇਜ਼ ਹੁੰਦਾ ਸੀ ਉਹ ਰੱਖਦਾ ਸੀ, ਦੂਜਾ ਕੱਟੀ ਆਉਂਦਾ ਹੁੰਦਾ ਸੀ। ਸਹੀ। ਤੇ ਇਸ ਤਰ੍ਹਾਂ ਉਹ ਫਿਰ ਇਹਨੂੰ ਨਾਲ ਲੈ ਕੇ ਤੇ ਜਾ ਕੇ ਤੇ ਬਾਰਡਰ ਤੇ ਪਹੁੰਚਾ ਕੇ ਹੋ ਸਕਿਆ ਤੁਹਾਡੇ ਬਖਤ ਤੁਹਾਡੇ ਨਾਲ। ਅੱਛਾ ਉਹ ਬੱਚੀਆਂ ਨੂੰ, ਉਹਨਾਂ ਦੇ ਵਾਲਿਦ ਨੂੰ ਉੱਥੋਂ ਉਹਨਾਂ ਦੀ ਮਾਂ ਨੂੰ ਬਾਰਡਰ ਤੇ ਪਹੁੰਚਾ ਕੇ ਵਾਪਸ ਆ ਗਿਆ। ਅੱਛਾ ਕੀ ਬਾਤ। ਇਹਨਾਂ ਨੂੰ ਨਾਲ ਲੈ ਕੇ ਉਹ ਸਕਿਆ ਵੀ ਬੱਚੀਆਂ ਸਾਡੇ ਨਾਲ ਰਲ ਕੇ ਖਾਧਾ, ਸਾਡੇ ਕੋਲ ਰਹੀਆਂ ਨੇ, ਮੈਨੂੰ ਇਹਨਾਂ ਦਾ ਅਹਿਸਾਸ ਹੈ। ਤੇ ਬਾਪ ਸਾਡੇ ਦੀ ਮੰਨਤਾ ਇੱਥੇ ਐਸੀ, ਜਿੱਥੇ ਵੀ ਹੁਣ ਖਾਨ ਗੋਂਦਲ ਦਾ ਨਾਂ ਲੈਣਗਾ ਨਾ ਤੈਨੂੰ ਦੱਸਣਗੇ ਜਿਹੜੇ ਪੁਰਾਣੇ ਬੰਦੇ ਨੇ, ਹੁਣ ਦੇ ਮੁੰਡੀਕੇ ਨੂੰ ਤਾਂ ਕੀ ਪਤਾ। ਮਸ਼ਹੂਰੀ ਉਹਦੀ ਐਸੀ। ਤੇ ਉਸ ਤੋਂ ਬਾਅਦ ਦਾ ਸਾਨੂੰ ਉਹਨਾਂ ਦਾ ਪਤਾ ਕੋਈ ਨਹੀਂ। ਅੱਗੋਂ ਗਦਰ ਪੈ ਗਿਆ। ਅੱਗੋਂ ਫਿਰ ਹੱਜ ਵਾਲੇ ਦਿਨ ਉਹਨੂੰ ਬੁਖਾਰ ਚੜਿਆ। ਅੱਛਾ ਬਾਪ ਸਾਡੇ ਨੂੰ। ਅੱਛਾ ਤੇ ਬੁਖਾਰ ਲੱਥਾ ਹੀ ਨਹੀਂ। ਅੱਛਾ ਅੱਛਾ ਹੁਣ ਮੈਨੂੰ ਚੇਤਾ ਨਹੀਂ ਮਹੀਨਾ ਬਿਮਾਰ ਰਿਹਾ ਹੈ, ਡੇਢ ਰਿਹਾ ਹੈ ਜਾਂ 20 ਦਿਨ ਰਿਹਾ ਹੈ, ਉਹ ਦੁਨੀਆ ਤੋਂ ਰੁਖਸਤ ਹੋ ਗਿਆ। ਉਹ ਜਿਹੜੇ ਖੱਤਰੀ ਸਨ ਨਾ ਇੱਥੇ ਰਹਿਸ਼ੀ, ਜਿਨ੍ਹਾਂ ਨਾਲ ਉਹਦੀ ਸਲਾਮ ਦੁਆ ਸੀ, 3 ਸਾਲੀ ਪਰਮਟ ਨਾਲ ਸਾਡੇ ਘਰ ਤੁਹਾਨੂੰ ਮਿਲਣ ਆਏ ਦੁਬਾਰਾ ਮਿਲਣਾ ਹੈ। ਤੇ ਅਫਸੋਸ ਕੀਤਾ ਉਹਨਾਂ ਆ ਕੇ ਸਾਡੀ ਮੇਰੀ ਮਾਂ ਕੋਲ ਵੀ ਸਾਡਾ ਭਾਈ ਸੀ, ਸਾਡੇ ਉਹਦੇ ਦਿਨ ਜੰਗੇ ਸਨ ਚੰਗੇ। ਉਹ ਯਾਨੀ ਉਹ ਜਿਹੜਾ ਬਾਬਾ ਜੀ ਦੀਆਂ ਬੇਟੀਆਂ ਸਨ, ਹਾਂਜੀ, ਉਹ ਖੁਦ ਆਪ ਆਇਆ। ਖੁਦ ਆਪ ਆਇਆ। ਅੱਛਾ ਉਹਦਾ ਨਾਂ ਤੁਸੀਂ ਕੀ ਦੱਸਿਆ ਜੀ? ਉਹਦਾ ਨੰਤਾਰਾਮ। ਨੰਤਾਰਾਮ ਤੇ ਨਾਲ ਉਹ ਇੱਕ 4 ਚ ਹੁੰਦਾ ਸੀ, ਉਹਦਾ ਨਾਂ ਭੋਲੇ ਖਾਂ ਸੀ। ਭੋਲੇ ਖਾਂ। ਹਾਂਜੀ। ਅੱਛਾ ਉਹ ਵੀ ਇੱਥੋਂ ਹਿਜਰਤ ਕਰਕੇ ਉਧਰ ਚਲਾ ਗਿਆ? ਹਾਂਜੀ ਉਹ ਵੀ ਚਲਾ ਗਿਆ। ਅੱਛਾ ਉਹ ਵੀ ਆਇਆ ਨਾਲ। ਇਹ 2 ਬੰਦੇ ਆਏ, ਉਹ ਨਾਲ 1-2 ਹੋਰ ਵੀ ਐ ਸਨ, ਮੈਂ ਉਹਨਾਂ ਨੂੰ ਨਹੀਂ ਜਾਣਦਾ। ਅੱਛਾ ਇਹ ਅਮਸੋਰ ਕਰਕੇ ਗਏ। ਇੱਥੇ ਉਹਨਾਂ ਦਾ ਕੋਈ ਮਾਲ ਸੀ, ਆ ਦਿੱਤਾ ਹੈ ਲੋਕਾਂ ਨੂੰ ਅਧਿਆਰੇ ਤੇ ਸਾਂਭਣ ਵਾਸਤੇ। ਮਾਲ ਡੰਗਰ ਆਪਣਾ ਇੱਥੇ ਛੱਡ ਕੇ ਗਏ ਸਾਂ। ਕਿਸੇ ਕੋ ਪੈਸੇ ਲੈਣੇ, ਕਿਸੇ ਕੋ ਦੇਣੇ। ਜੀ। ਉਹ ਫਿਰ ਭਤਰੀਆ ਕਰਕੇ ਨਾ ਤੇ ਯਤੀਮ ਕਰਕੇ ਉਹ ਇੱਕ ਗਾਂ ਕਿਸੇ ਕੋਲ ਲੈ ਕੇ ਨਾ ਆਪਣੀ, ਉਹ ਵੀ ਮੇਰੇ ਬੂਹੇ ਤੇ ਬਣ ਗਏ ਸਨ। ਅੱਛਾ ਅੱਛਾ ਸਾਡੇ ਭਰਾ ਦਾ ਬੇਟਾ ਹੈ, ਇਹ ਗਾਂ ਜਿਹੜੀ ਹੈ ਅਸਾਂ ਇਹਨੂੰ ਦੇ ਚੱਲੇ ਹਾਂ। ਅੱਛਾ ਮੇਰੇ ਬਾਪ ਨੇ 60 ਰੁਪਏ ਉਹਨਾਂ ਦੇ ਦੇਣੇ ਸਨ। ਅੱਛਾ ਜਦੋਂ ਇੱਥੇ ਰਹਿੰਦੇ ਹੁੰਦੇ? ਜਦੋਂ ਇੱਥੇ ਰਹਿੰਦੇ ਸਨ। ਉਹ ਸਕਿਆ ਮੈਂ 60 ਰੁਪਏ ਲੈਣੇ ਨੇ
ਭੈਣ ਜੀ ਤੇ ਮੈਂ ਮਾਫ ਕੀਤੇ। ਅੱਛਾ ਆ 60 ਜਿਹੜੇ ਨੇ ਮੈਂ ਹੱਥੋਂ ਦੇ ਚੱਲਿਆ ਆਪਣੇ ਬੇਟੇ ਨੂੰ। ਅੱਛਾ 60 ਹੋਰ ਦੇ ਗਿਆ। 60 ਹੋਰ ਦੇ ਗਿਆ। ਅੱਛਾ ਕੀ ਬਾਤ। ਹਾਂਜੀ ਤੇ ਉਦੋਂ 60 ਰੁਪਏ ਜਿਹੜੇ ਹਨ ਨਾ ਉਹਨਾਂ ਦੀ ਵੈਲਿਊ ਸੀ, ਬੜੀ ਵੈਲਿਊ ਸੀ ਜੀ। ਅੱਜ ਤਾਂ 60 ਰੁਪਏ ਬੱਚੇ ਨੂੰ ਦਈਏ ਤਾਂ ਉਹ ਨਹੀਂ ਫੜਦਾ ਜੀ ਵੀ ਮੈਂ ਨਾ 60 ਨੂੰ ਕੀ ਕਰਾਂ। ਹਾਂ, ਉਸ ਦੌਰ 'ਚ ਤੇ ਫਿਰ 60 ਰੁਪਏ ਬੜੇ, ਹਾਂਜੀ ਉਹ 60,000 ਤੋਂ ਵੀ ਭਾਰੀ ਸੀ। ਹਾਂਜੀ ਉਸ ਤੋਂ ਬਾਅਦ ਫਿਰ ਗਦਰ ਪਿਆ ਕਾਫਲੇ ਆਉਂਦੇ ਵਹਿੰਦੇ ਰਹੇ ਆ। ਅੱਛਾ ਉਹ ਜਿਹੜਾ ਉੱਥੇ ਗਏ ਸੀ, ਹਾਂਜੀ ਉਹਨਾਂ ਨੇ ਇਲਾਕਾ ਨਾ ਦੱਸਿਆ ਤੁਹਾਨੂੰ ਵੀ ਅਸੀਂ ਕਿਹੜੀ ਜਗ੍ਹਾ ਤੇ ਉੱਥੇ ਰਹਿ ਰਹੇ ਹਾਂ? ਇਹ ਨਾ ਉਹਨਾਂ ਸਿੱਖਾਂ ਉਹ ਜਿਹੜੇ ਤੁਹਾਡੇ ਵਾਲਦ ਸਾਹਿਬ ਦੇ ਦੋਸਤ ਹਨ ਨੰਤਾ ਰਾਮ, ਵੇਖੋ ਜੀ ਉਹਨਾਂ ਦੱਸਿਆ ਵੀ ਹੋਵੇ ਸਾਡੀ ਮਾਂ ਨੂੰ ਤੇ ਮੇਰੇ ਨਹੀਂ ਜ਼ੇਨ ਵਿੱਚ। ਮਤਲਬ ਤੁਸੀਂ ਉਦੋਂ ਜ਼ਰਾ ਐਡੇ ਹਾਂਜੀ ਨਾਲੇ ਜਿਵੇਂ ਹੁਣ ਬੱਚੇ ਹੁਸ਼ਿਆਰ ਨੇ ਉਦੋਂ ਐਡੇ ਹੁਸ਼ਿਆਰ ਵੀ ਨਹੀਂ ਸਨ। ਤੇ ਤੁਸੀਂ ਉਹ ਜਦੋਂ ਆਉਂਦੇ ਸੀ ਕਾਫਲੇ, ਹਾਂਜੀ ਕਿਵੇਂ ਉਹਨਾਂ ਦੀ ਮਦਦ ਕਰਿਆ ਕਰਦੇ ਸੀ? ਕੋਈ ਗੱਲ ਸੁਣਾਓ ਵੀ। ਵੇਖੋ ਜੀ ਅਸੀਂ ਤਾਂ ਮਦਦ ਕਰਨ ਜੋਗੇ ਹੀ ਨਹੀਂ ਸਨ। ਤੁਸੀਂ ਛੋਟੇ ਸੀ, ਆਪਣੇ ਵਾਲਦੈਨ ਨੂੰ ਤੁਸੀਂ ਦੇਖਿਆ? ਵਾਲਦੈਨ ਮੇਰਾ ਬਾਪ ਜਿਹੜਾ ਸੀ ਨਾ ਉਹ ਬਿਮਾਰ ਸੀ, ਬਗਾਨੇ ਮਰਲੇ ਵਾਹਣ ਵਾਲੇ ਸਾਂ। ਜਿਹੜੀ ਉਹਦੇ ਕੋਲ ਗੁੰਜਾਇਸ਼ ਸੀ ਉਹ ਇੱਕੋ ਦਿਨ ਜਿਹੜੇ ਇੱਥੇ ਆ ਕੇ ਬਹਿ ਗਏ ਸਨ ਨਾ, ਇੱਕੋ ਦਿਨ ਉਹ ਟੋਪਾ ਲੈ ਕੇ ਬਹਿ ਕੇ ਮਿਣ ਕੇ ਉਹ ਸਾਰਿਆਂ ਨੂੰ ਦੇ ਛੱਡੀ ਸੀ। ਅੱਛਾ ਸਹੀ। ਉਹ ਮਨ ਸੀ, ਉਹ 2 ਸੀ ਜਾਂ ਉਹ 10 ਸੀ, ਮੈਨੂੰ ਇਹ ਨਹੀਂ ਪੱਕ। ਉਸ ਦੇ ਛੜੀ ਸੀ। ਫਿਰ ਜਿਹੜਾ ਇਹਨਾਂ ਦਾ ਵਾਲਦ ਸੀ ਯੂਸਫ ਬਰਾਂ ਦਾ, ਚਾਚਾ ਯੂਸਫ ਹੁਰਾਂ ਦਾ ਵਾਲਦ। ਹਾਂਜੀ ਜੀ ਉਹਦਾ ਜਵਾਈ ਸੀ, ਮੇਰਾ ਬਣੋਈ ਸੀ, ਉਸ ਵੀ ਇਮਦਾਦ ਕੀਤੀ ਹੈ। ਅੱਛਾ ਜਿਹੜਾ ਉਹਦਾ ਭਰਾ ਸੀ ਵੱਡਾ ਉਹ ਸਹਿਬੇ ਨਸੀਬ ਸੀ, ਉਸ ਨੇ ਸਾਡੇ ਸਾਹਮਣੇ ਕਿਸੇ ਦੀ ਇਮਦਾਦ ਵੀ ਕੀਤੀ। ਉਹ ਆਏ ਕੋਈ ਆਂਦਾ ਇਹ ਭੁੱਖਿਆ ਸਾਨੂੰ ਕੁਛ ਸ਼ਾਇਦ ਦੇ ਹੈ, ਹੁੰਦਾ ਜੀ ਮੇਰੀਆਂ ਬੇਰੀਆਂ ਨੇ ਜਾ ਕੇ ਬੇਰ ਖਾ ਆਓ। ਅੱਛਾ ਉਸ ਤੋਂ ਬਾਅਦ ਉਹ ਫੌਤ ਹੋ ਗਏ। ਅਸੀਂ ਫਿਰ ਆਪਣੀ ਯਤੀਮੀ ਹੰਡਾਈ। ਫਿਰ ਅਸੀਂ ਇੱਥੋਂ ਕੁਝ ਅਰਸੇ ਤੋਂ ਬਾਅਦ ਜਜ਼ਮਾਨ ਟੁਰ ਗਏ। ਬਾਪ ਫੌਤ ਹੋ ਗਿਆ। ਭਰਾ ਮੇਰਾ ਕੋਈ ਨਹੀਂ ਸੀ। ਚਾਚੇ ਤਾਏ ਮੇਰੇ ਗੁਜਰਾਤ ਸਨ ਤੇ ਉੱਥੇ ਟੁਰ ਗਏ। ਨਾਲੇ ਮੈਂ ਵਿਆਹਿਆ ਵੀ ਉੱਥੇ ਸਾਂ। ਹਮਸ਼ੀਰਾ ਵੀ ਮੇਰੀ ਉੱਥੇ ਵਿਆਹੀ ਹੋਈ ਸੀ, ਜਿਹਦੇ ਆਸਰੇ ਤੇ ਉਹ ਬੱਚੀਆਂ ਛੱਡ ਕੇ ਤੇ ਉੱਥੇ ਆਇਆ ਸੀ ਖੱਤਰੀ। ਤੇ ਉਸ ਤੋਂ ਬਾਅਦ ਫਿਰ ਆਪਣੇ ਪਿੰਡ 'ਚ ਜਿਹੜੇ ਇੱਥੇ ਆ ਕੇ ਬੈਠੇ, ਉਧਰੋਂ ਹਿਜਰਤ ਕਰਕੇ ਆਏ, ਆਪਣੇ ਪਿੰਡ 'ਚ ਵੀ ਕੋਈ ਇੱਥੇ ਬੈਠੇ ਸਨ? ਬੈਠੇ ਸਨ। ਕਿਹੜੇ ਕੋਈ ਘਰ ਯਾਦ ਨੇ? ਘਰ ਆ ਜਿਹੜਾ ਰਮਜ਼ਾਨ ਘੁਮਿਆਰ ਹੈ, ਇਹ ਘੁਮਿਆਰਾਂ ਦਾ ਖਾਨਦਾਨ ਇੱਥੇ ਕਾਫੀ ਸੀ। ਅੱਛਾ ਇਹ ਉਧਰੋਂ ਆਏ ਸੀ? ਇਹ ਉਧਰੋਂ ਆਏ ਸੀ ਮਹਾਜਰ ਹੋ ਕੇ। ਇੱਕ ਜਲਾਇਆਂ ਦਾ ਖਾਨਦਾਨ ਵਾਵਾ ਸੀ, ਉਹ ਸਰਦਾਰ ਕੁਰਸ਼ੈਦ, ਉਹਨਾਂ ਦੀ ਬਿਆਦਰੀ। ਉਹ ਵੀ ਐਵੇਂ ਮਤਲਬ ਖਾਲਮ ਪੀਲੀ ਆਏ ਸੀ? ਕੋਈ ਖਾਲ ਮੁਖਾਲੀ। ਉਹ ਜਿਹੜਾ ਸਰਦਾਰ ਸੀ ਨਾ ਉਹ ਸਾਹਮਣਾ ਕਰਨਾ ਐਡਾ ਸਾਰਾ ਸੀ। ਉਹ ਆਖਣਾ ਮੈਂ ਤੁਹਾਡੇ ਨਾਲ ਗੋਂਗਲੂ ਪਟਾਨਾ, ਮੈਨੂੰ ਇੰਨੇ ਸਾਰੇ ਗੋਂਗਲੂ ਦਿਆ ਕਰੋ। ਮਤਲਬ ਖਾਣ ਪੀਣ ਨੂੰ ਹੁੰਦਾ ਕੁਛ ਨਹੀਂ ਸੀ? ਨਾਲ ਮਜ਼ਦੂਰੀ ਕਰ ਦੇਣੀ, ਕੋਈ ਕੰਮ ਕਰ ਦੇਣਾ? ਉਹ ਨਾ ਅਸਾਂ ਉਹਨੂੰ ਆਖਣਾ ਵੀ ਜਿੰਨੇ ਮਰਜ਼ੀ ਆ ਲੈ ਜਾ, ਸਾਨੂੰ ਪਟਾ ਵੀ ਨਾ। ਕਣਕਾਂ ਵਿੱਚ ਵੀ ਉਦੋਂ ਲੋਕ ਗੋਂਗਲੂ ਬੀਜਦੇ ਸਨ, ਵੱਖਰੇ ਵੀ ਪੈਲੀਆਂ ਡੰਗਰਾਂ ਵਾਸਤੇ ਬੀਜਦੇ ਸਨ। ਤੇ ਉਹ ਸੋਹਣਾ ਜਿੰਨੇ ਉਹਦੇ ਕੋਲ ਚੁੱਕੇ ਜਾਣੇ ਉਹ ਲੈ ਕੇ ਟੁਰ ਜਾਣਾ। ਤੇ ਫਿਰ ਅੱਲਾ ਕੀਤਾ ਤੇ ਉਹਨਾਂ ਤੇ ਰੁਜ਼ਗਾਰ ਟੁਰ ਪਿਆ। ਉਹਦਾ ਵੱਡਾ ਭਰਾ ਸੀ ਉਹਦਾ ਕੁਰਸ਼ੈਦ, ਉਹ ਕੋਈ ਥੋੜਾ ਬਹੁਤਾ ਨਾ ਪੜ੍ਹਿਆ ਸੀ, 1-2 ਕਿਤਾਬਾਂ ਉਹ ਲਿਖ ਪੜ੍ਹ ਸਕਦਾ ਸੀ। ਉਹਨੇ ਇਹਨੂੰ ਹਾਜੀ ਨੂੰ ਆਖਿਆ ਵੀ ਮੈਨੂੰ ਕੋਈ ਪੈਸੇ ਦੇ, ਤੇਰਾ ਮੇਰਾ ਅੱਧ, ਮੈਂ ਕੱਪੜਾ ਲਿਆ ਕੇ ਵੇਚਣਾ। ਅੱਛਾ ਉਹ ਕੱਪੜਾ ਛਪੜਾ ਉਹ ਲਿਆਂਦਾ, ਲਿਆ ਕੇ ਵੇਚਿਆ ਵੂਚਿਆ। ਚਲੋ ਸਾਲ 2 ਦੇ ਵਿੱਚ ਆਪਣੇ ਉਹ
ਸਾਰਿਆਂ ਨਾਲੋਂ ਹੀ ਤਗੜੇ ਹੋ ਗਏ। ਦੁਕਾਨ ਪਾ ਲਈ ਕਰਿਆਨੇ ਮਿਹਨਤ ਦੀ। ਕੀਤੀ ਨਾ ਆ ਕੇ ਹਾਂਜੀ, ਇੱਥੇ। ਦੁਕਾਨ ਕਰਿਆਨੇ ਦੀ ਪਾ ਲਈ। ਫਿਰ ਉਸ ਤੋਂ ਬਾਅਦ ਇੱਕ ਨਾਈਆਂ ਦਾ ਖਾਨਦਾਨ ਸੀ। ਅੱਛਾ। ਉਹ ਨਾਈਆਂ ਦਾ ਘਰ ਇੱਥੇ ਸੀ, ਉਹਨਾਂ ਦੇ ਜ਼ਰੀਏ ਉਹ ਇੱਥੇ ਆ ਕੇ ਤੇ ਇਹਨਾਂ ਕੋਲ ਬੈਠੇ। ਸਹੀ। ਇਹ ਤਰੇ ਕੌਮਾਂ ਮੇਰੀ ਹੋਸ਼ ਦੇਣ ਵਿੱਚ ਹਨ ਨੇ ਜਿਹੜੇ ਮਾਰੇ ਜਿਹੜੇ ਉਧਰੋਂ ਹਿਜਰਤ ਕਰਕੇ ਆਏ ਆ, ਹਾਂਜੀ, ਇੱਥੇ ਆ ਕੇ ਹਾਂਜੀ। ਬੈਠੇ। ਅੱਛਾ। ਉਹ ਜੀ ਜਿਸ ਵਕਤ ਅਸਾਂ ਬਾਰਡਰ ਪਾਸ ਕੀਤਾ ਨਾ ਕਰਕੇ, ਇੱਥੋਂ ਤੁਸੀਂ ਇੱਕ ਵਾਰੀ ਪਾਕਿਸਤਾਨ ਬਣਨ ਤੋਂ ਬਾਅਦ ਗਏ ਸੀ, ਇਹ ਗੱਲ ਹੈ? ਹਾਂ, ਪਾਕਿਸਤਾਨ ਬਣਨ ਤੋਂ ਬਾਅਦ ਕਾਫੀ ਅਰਸੇ ਬਾਅਦ ਗਿਆ। ਅੱਛਾ। ਉਦੋਂ ਮੈਂ ਤਕਰੀਬਨ ਬੱਚਿਆਂ ਵਿੱਚ ਨਹੀਂ ਸਾਂ ਦਾਖਲ। ਵਾਹਵਾ ਉਮਰ ਮੈਂ ਅੱਛੀ ਉਮਰ ਵਿੱਚ ਸਾਂ, ਕਿਉਂ ਅੱਜ ਤੋਂ 16-17 ਸਾਲ ਹੀ ਹੋਏ ਨੇ। ਅਸੀਂ ਗਏ ਹਾਂ, ਬਾਰਡਰ ਪਾਸ ਕੀਤਾ ਹੈ, ਕਰਕੇ ਗਏ ਹਾਂ। ਫਿਰਦੇ ਟੁਰਦੇ ਅੱਗੋਂ ਵੇਖਿਆ ਇੱਕ ਸਫੈਦ ਰੰਗ ਦਾ ਪਿੰਡ ਦਿਸਦਾ। ਅੱਛਾ। ਉਧਰ ਨੂੰ ਅਸੀਂ ਧਰ ਕਰ ਗਏ ਹਾਂ। ਉੱਥੇ ਜਾ ਕੇ ਬਾਹਰ ਵੇਖਿਆ ਤੇ ਬੱਚੀਆਂ ਪਾਣੀ ਭਰਦੀਆਂ ਨੇ 15-16। ਅੱਛਾ। ਉਹਨਾਂ ਗਾਗਰਾਂ ਉਹਨਾਂ ਦੇ ਕੋਲ ਨੇ ਆ ਪਿੱਤਲ ਦੀਆਂ ਗਾਗਰਾਂ ਉਹਨਾਂ ਭਰੀਆਂ, ਕਿਸੇ ਕੋ 2 ਕਿਸੇ ਕੋ 3। ਉਹਨਾਂ ਆਵਾਜ਼ ਮਾਰੀ, ਆ ਜਾਓ ਵੀਰੋ ਪਾਣੀ ਪੀ ਲਓ। ਅੱਛਾ। ਸਾਡੀਆਂ ਪਾਕਿਸਤਾਨ ਦੀਆਂ ਹੁੰਦੀਆਂ ਤੇ ਨਾ ਮੂੰਹ ਕਰਾਂ ਪਰਾਂ ਤੋਂ ਨਾਣੇ ਸਿਖੜੇ ਆ ਗਏ ਨੇ, ਲੁਕ ਜਾਓ। ਬੜਾ ਉਹਨਾਂ ਇੱਜ਼ਤ ਇਤਰਾਮ ਕੀਤਾ, ਬਹੁਤਾ ਸਾਰਾ ਹੀ। ਸਾਨੂੰ ਪਾਣੀ ਉਹਨਾਂ ਪਿਆਇਆ, ਅਸਾਂ ਪੀਤਾ। ਪਾਣੀ ਪੀ ਕੇ ਤੇ ਅਸੀਂ ਸਾਨੂੰ ਉਹਨਾਂ ਨਾਲ ਲੈ ਲਿਆ। ਪਿੰਡ ਜਾ ਵੜਿਆ ਤੋਂ 4 ਕਿੱਲੇ ਪਿੰਡ ਸੀ। ਉਹ ਫਿਰ ਆਪੋ ਆਪਣੀ ਘਰੀ ਵੜਦੀਆਂ ਗਈਆਂ ਨੇ। ਇੱਕ ਨੇ ਆਖਿਆ ਚੌਕ 'ਚ ਬੈਠੇ ਨੇ ਸਰਦਾਰ, ਸਿੱਧੇ ਜਾਓ ਝਕਿਓ ਨਾ। ਅਸੀਂ ਸਿੱਧੇ ਟੁਰੇ ਗਏ। ਜਿਸੇ ਉਹਨਾਂ ਸਾਨੂੰ ਵੇਖਿਆ, ਉਹਨਾਂ ਕੋਈ ਦੇਰ ਨਹੀਂ ਕੀਤੀ, ਉੱਠਦੇ ਆਏ ਨੇ, ਜੱਫੇ ਪਾ ਪਾ ਕੇ ਮਿਲਦੇ ਆਏ। ਬੜਾ ਉਹਨਾਂ ਇਤਰਾਮ ਕੀਤਾ, ਬੜੀ ਉਹਨਾਂ ਇੱਜ਼ਤ ਕੀਤੀ ਹੈ। ਉਹਨਾਂ ਪਾਣੀ ਧਾਣੀ ਸਾਨੂੰ ਪੁੱਛਿਆ ਸੀ, ਨਾ ਨਿੱਬਰ ਕੀਤੀ। ਉਹਨਾਂ ਆਖਿਆ ਨਾ, ਇਹ ਪੀਣਾ ਪਏਗਾ। ਕਿਆ ਬਾਤ। ਅਸੀਂ ਤੁਹਾਡੇ ਵਿੱਚੋਂ ਆ, ਤੁਸੀਂ ਸਾਡੇ ਵਿੱਚੋਂ ਆ। ਤੁਸਾਂ ਕਲਮਾ ਪੜ੍ਹ ਲਿਆ, ਨਹੀਂ ਪੜ੍ਹਿਆ? ਅੱਛਾ। ਪਿਓ ਦਾਦਾ ਸਾਡਾ ਇੱਕ ਹੈ। ਚਲੋ ਜੀ, ਉਹਨਾਂ ਚਾਹ ਲਿਆਂਦੀ ਹੈ, ਉਹ ਵੀ ਪੀਤੀ ਹੈ। ਬੋਤਲਾਂ ਲਿਆਂਦੀਆਂ ਨੇ, ਉਹ ਵੀ ਪੀਤੀਆਂ ਨੇ। ਇੱਕ ਸਿੱਖ ਜਿਹੜਾ ਸੀ, ਬੜੀ ਬਲਾ ਜੀ ਜਣਾ ਬੈਠਾ ਆ, ਵੱਡੀਆਂ ਵੱਡੀਆਂ ਮੁੱਛਾਂ, ਉਹ ਸਾਡੇ ਨਾਲ ਜ਼ਿਆਦਾ ਤੌਰ ਗੱਲਾਂ ਕਰਦਾ ਰਿਹਾ। ਨਾਂ ਤੇ ਨਹੀਂ ਯਾਦ ਹੋਣੇ ਹੁਣ ਕਿਸੇ? ਨਹੀਂ, ਨਾ ਕੋਈ ਨਹੀਂ ਯਾਦ। ਤੇ ਉਸ ਆਖਿਆ ਵੀ ਮੈਂ ਤੈਨੂੰ ਜਾਣ ਨਹੀਂ ਦੇਣਾ। ਤਾਂ ਕਿ ਕਿਹੜੀ ਬਰਾਦਰੀ ਨਾਲ ਤਲਕ ਹੈ? ਮੈਂ ਆਖਿਆ ਅਸੀਂ ਗੋਂਦਲ ਬਰਾਦਰ ਹਾਂ। ਉਸ ਆਖਿਆ ਆਹ ਘਰ ਸਾਰੇ ਹੀ ਗੋਂਦਲਾਂ ਦੇ ਨੇ। ਅੱਛਾ। ਆ ਪੱਟੀ ਤੋੜਤਾ ਕਰਨਾ, ਵਾਹਵਾ ਪਿੰਡ ਵੱਡਾ ਸੀ। ਇਹ ਗੋਂਦਲਾਂ ਦੀ ਤੇ ਰਾਤ ਨੂੰ ਸਾਰੀ ਬਰਾਦਰੀ ਤੈਨੂੰ ਮਿਲਾਵਾਂਗਾ। ਮੈਂ ਆਖਿਆ ਬਈ ਸਾਨੂੰ ਰਾਤ ਦਾ ਤੇ ਟਾਈਮ ਹੀ, ਸਾਡੇ ਕੋਲ ਟਾਈਮ 5-6 ਘੰਟੇ। ਉਸ ਆਖਿਆ ਸਾਡੀ ਮਿੰਟਰੀ ਤੈਨੂੰ 15 ਦਿਨ ਨਹੀਂ ਪੁੱਛਣ ਲੱਗੀ, ਆਪਣੀ ਨਾ ਆਪ ਨਿਬੜ ਦਿਓ। ਮੈਂ ਕਿਹਾ ਸਾਡਿਆਂ ਦੇ ਅੱਗੇ ਤਿਆਰੀ ਕਰਕੇ ਖਲੋਤੇ ਹੋਣੇ ਨੇ। ਫਿਰ ਬੜੀ ਜੱਦੋ ਜੋਤ ਕਰਕੇ ਉਹਦੇ ਕੋਲ ਇਜਾਜ਼ਤ ਲਈ। ਅੱਛਾ। ਉਸ ਨੌਕਰ ਨੂੰ ਆਵਾਜ਼ ਮਾਰੀ, ਉਸ ਆਖਿਆ ਗੱਡੀ ਲਿਆ। ਅੱਛਾ। ਗੱਡੀ ਲਿਆ ਕੇ ਤੇ ਤੋੜ ਇਹਨਾਂ ਨੂੰ ਨਾ ਟਾਵਰ ਟਪਾ ਕੇ ਵਾਂਸਾਂ ਦੇ ਕੋਲ ਲਾ ਕੇ ਆਉਣਾ। ਅੱਛਾ। ਇਹ ਪੈਦਲ ਆਉਂਦੇ ਤੇ ਅਸੀਂ ਉਹ ਘੰਟਾ ਸਾਡਾ 1.5 ਲੱਗਣਾ ਸੀ ਰਾਹ 'ਚ। ਉਹ ਸਾਨੂੰ ਗੱਡੀ ਤੇ ਬਹਾ ਲਿਆ ਕੇ ਤੋੜ ਉਹ ਜੋੜੇ ਵਾਂਸਾਂ ਦੇ ਕੋਲ ਲਿਆ ਕੇ ਲਾ ਕੇ ਸਾਡੇ ਕੋਲ ਉਹ ਕਾਟ ਮਿੰਟਰੀ ਦਾ ਫੜ ਕੇ ਉਹਨਾਂ ਨੂੰ ਫੜਾਇਆ। ਸਾਨੂੰ ਨਹੀਂ ਉਹਨਾਂ ਕੋਈ ਗੱਲ ਪੁੱਛੀ ਨਹੀਂ ਕੀਤੀ।